ਖੇਡਾਂ ਦਾ ਮਹਾਕੁੰਭ ਓਲੰਪਿਕ ਖੇਡਾਂ ਜਾਪਾਨ ਦੇ ਟੋਕੀਓ ਵਿਖੇ ਸ਼ੁਰੂ ਹੋ ਗਈਆਂ ਨੇ। ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਤੁਹਾਨੂੰ ਟੋਕੀਓ ਓਲੰਪਿਕਸ ਦੇ ਬਾਰੇ ਕੁਝ ਡੂੰਘੀ ਅਤੇ ਦਿਲਚਸਪ ਜਾਣਕਾਰੀ ਦੇਵਾਂਗੇ ਅਤੇ ਨਾਲ ਦੀ ਨਾਲ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਭਾਰਤ ਦੇ ਕਿੰਨੇ ਕੁ ਮੈਡਲ ਆਉਣਗੇ, ਭਾਰਤ ਦਾ ਕੀ ਬਣੂਗਾ ਅਤੇ ਖਾਸ ਤੌਰ ਤੇ ਇਸ ਗੱਲ ਤੇ ਵੀ ਜ਼ੋਰ ਦੇਵਾਂਗੇ ਕਿ ਭਾਰਤ ਦਾ ਓਲੰਪਿਕ ਵਿੱਚ ਆਮ ਤੌਰ ਤੇ ਪ੍ਰਦਰਸ਼ਨ ਮਾੜਾ ਕਿਉਂ ਰਹਿੰਦਾ ਹੈ। ਸੋ ਪੰਜਾਬੀ ਵਿੱਚ ਪਹਿਲੀ ਵਾਰ ਕਿਸੇ ਚੈਨਲ ਉੱਤੇ ਓਲੰਪਿਕਸ ਬਾਰੇ ਅਤੇ ਓਲੰਪਿਕ ਵਿੱਚ ਭਾਰਤ ਦੇ ਮਾੜੇ ਪ੍ਰਦਰਸ਼ਨ ਦੇ ਕਾਰਨਾਂ ਬਾਰੇ ਇਹ ਐਪੀਸੋਡ ਲਿਆ ਕੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਸਿਰਫ ਖੇਡ ਪ੍ਰੇਮੀ ਹੀ ਨਹੀਂ, ਬਾਕੀ ਸਾਰੇ ਦਰਸ਼ਕ ਵੀ ਇਹ ਐਪੀਸੋਡ ਅੰਤ ਤੱਕ ਜ਼ਰੂਰ ਗੌਰ ਨਾਲ ਵੇਖਣ। ਸੋ ਓਲੰਪਿਕ ਖੇਡਾਂ ਜਾਪਾਨ ਦੇ ਟੋਕੀਓ ਸ਼ਹਿਰ ਵਿਖੇ ਸ਼ੁਰੂ ਹੋ ਗਈਆਂ ਨੇ। 23 ਜੁਲਾਈ ਤੋਂ ਸ਼ੁਰੂ ਹੋਈਆਂ ਇਹ ਖੇਡਾਂ 8 ਅਗਸਤ ਤੱਕ ਚੱਲਣੀਆਂ ਨੇ। ਇਹਨਾਂ ਖੇਡਾਂ ਦੇ ਨਾਮ ਬਾਰੇ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਲਿਖਿਆ ਹੋਇਆ ਹੈ ਟੋਕੀਓ ਓਲੰਪਿਕਸ 2020। ਖੇਡਾਂ ਭਾਵੇਂ 2021 ਵਿੱਚ ਹੋ ਰਹੀਆਂ ਨੇ ਪਰ ਲਿਖਿਆ ਇਹੀ ਜਾਣਾ ਕਿ ਟੋਕੀਓ ਓਲੰਪਿਕਸ 2020 ਕਿਉਂਕਿ ਇਹ ਖੇਡਾਂ ਪਿਛਲੇ ਸਾਲ ਹੋਣੀਆਂ ਸੀ ਅਤੇ ਕਰੋਨਾ ਮਹਾਮਾਰੀ ਕਰਕੇ ਇਹਨਾਂ ਨੂੰ 1 ਸਾਲ ਲਈ ਮੁਲਤਵੀ ਕੀਤਾ ਗਿਆ ਸੀ। ਰਿਕਾਰਡ ਬੁੱਕਸ ਦੇ ਵਿੱਚ ਇਤਿਹਾਸ ਦੇ ਪੰਨਿਆਂ ਉੱਤੇ ਇਹੀ ਦਰਜ ਹੋਣਾ ਕਿ ਟੋਕੀਓ ਓਲੰਪਿਕਸ 2020 ਇਹ ਖੇਡਾਂ ਸਾਲ 2020 ਦੇ ਨਾਂ ਹੀ ਦਰਜ ਹੋਣਗੀਆਂ। ਜਾਪਾਨ ਦਾ ਸ਼ਹਿਰ ਟੋਕੀਓ ਦੂਜੀ ਵਾਰ ਇਹਨਾਂ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸੰਨ 1964 ਵਿੱਚ ਵੀ ਜਾਪਾਨ ਦੇ ਟੋਕੀਓ ਨੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਹੋਈ ਹੈ। ਪੂਰੀ ਦੁਨੀਆ ਦੇ ਕੁੱਲ 206 ਦੇਸ਼ ਇਹਨਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਨੇ ਅਤੇ ਇਹਨਾਂ 206 ਦੇਸ਼ਾਂ ਦੇ 11,240 ਖਿਡਾਰੀ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਨੇ। ਸਿਰਫ ਇੱਕੋ ਹੀ ਦੇਸ਼ ਅਜਿਹਾ ਹੈ ਜਿਹਨੇ ਓਲੰਪਿਕ ਖੇਡਾਂ ਵਿੱਚ ਖੇਡਣ ਤੋਂ ਐਤਕੀ ਆਪਣਾ ਨਾਂ ਵਾਪਸ ਲੈ ਲਿਆ ਸੀ। ਉਹ ਹੈ ਜਾਪਾਨ ਦੇ ਗੁਆਂਢ ਵਿੱਚ ਵਸਦਾ ਦੇਸ਼ ਨਾਰਥ ਕੋਰੀਆ, ਜਿਸ ਨੇ ਕਰੋਨਾ ਮਹਾਮਾਰੀ ਨੂੰ ਇੱਕ ਕਾਰਨ ਦੱਸਦਿਆਂ ਇਸੇ ਸਾਲ ਅਪ੍ਰੈਲ ਮਹੀਨੇ ਦੀ 6 ਤਰੀਕ ਨੂੰ ਓਲੰਪਿਕ ਖੇਡਾਂ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਸਾਡੇ ਭਾਰਤ ਦੇਸ਼ ਦਾ ਓਲੰਪਿਕ ਵਿੱਚ ਕੀ ਬਣੂਗਾ, ਕਿਹੋ ਜਿਹਾ ਪ੍ਰਦਰਸ਼ਨ ਹੋਊਗਾ, ਕਿੰਨੇ ਕੁ ਮੈਡਲ ਆਉਣਗੇ ਤੇ ਮਾੜਾ ਪ੍ਰਦਰਸ਼ਨ ਆਮ ਤੌਰ ਤੇ ਕਿਉਂ ਹੁੰਦਾ ਹੈ, ਇਹਨਾਂ ਕਾਰਨਾਂ ਬਾਰੇ ਤੁਹਾਨੂੰ ਦੱਸਣ ਤੋਂ ਪਹਿਲਾਂ ਕੁਝ ਹੋਰ ਦਿਲਚਸਪ ਗੱਲਾਂ ਐਤਕੀ ਦੇ ਟੋਕੀਓ ਓਲੰਪਿਕਸ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ ਜੋ ਕਿ ਤੁਹਾਡੇ ਲਈ ਜਾਣਨੀਆਂ ਬੇਹੱਦ ਜ਼ਰੂਰੀ ਨੇ। ਐਤਕੀ ਓਲੰਪਿਕ ਖੇਡਾਂ ਵਿੱਚ ਜੋ ਮੈਡਲ ਤਿਆਰ ਕਰਵਾਏ ਗਏ ਨੇ ਉਹ ਵੀ ਖਾਸ ਨੇ। ਜਾਪਾਨ ਵਾਲਿਆਂ ਨੇ ਇੱਕ ਨਵੀਂ ਪਿਰਤ ਪਾ ਦਿੱਤੀ ਹੈ। ਕੁੱਲ ਮਿਲਾ ਕੇ 5000 ਮੈਡਲ ਇਹਨਾਂ ਓਲੰਪਿਕ ਖੇਡਾਂ ਲਈ ਤਿਆਰ ਕਰਵਾਏ ਗਏ ਨੇ। ਇਹਨਾਂ 5000 ਮੈਡਲਸ ਦੀ ਖਾਸ ਗੱਲ ਇਹ ਹੈ ਕਿ ਇਹ ਕੋਈ ਆਮ ਸਧਾਰਨ ਮੈਡਲਸ ਨਹੀਂ, ਇਹ ਰੀਸਾਈਕਲਡ ਚੀਜ਼ਾਂ ਤੋਂ ਬਣਾਏ ਗਏ ਮੈਡਲਸ ਨੇ। ਹੁਣ ਤੁਸੀਂ ਕਹਿਣਾ ਕਿ ਖੇਡਾਂ ਵਿੱਚ ਤਾਂ ਸੋਨੇ, ਚਾਂਦੀ ਅਤੇ ਕਾਂਸੇ ਦੇ ਮੈਡਲ ਹੁੰਦੇ ਆ, ਉਹਦੇ ਵਿੱਚ ਰੀਸਾਈਕਲਡ ਚੀਜ਼ਾਂ ਕਿਵੇਂ ਆ ਗਈਆਂ? ਦਰਅਸਲ ਜੋ ਵੀ ਮੈਡਲ ਓਲੰਪਿਕ ਖੇਡਾਂ ਦੌਰਾਨ ਜਾਂ ਹੋਰ ਵੀ ਕਿਤੇ ਦਿੱਤੇ ਜਾਂਦੇ ਨੇ ਤਾਂ ਇੱਦਾਂ ਨਹੀਂ ਹੁੰਦਾ ਕਿ ਉਹ ਸਾਰਾ ਸੋਨੇ ਦਾ ਬਣਿਆ ਹੋਵੇ। ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਧਾਤੂ, ਮਟੀਰੀਅਲ, ਹੋਰ ਵੀ ਬਹੁਤ ਸਾਰੇ ਆਬਜੈਕਟਸ ਪਾਏ ਜਾਂਦੇ ਨੇ, ਮਿਲ ਕੇ ਮੈਡਲ ਬਣਦਾ ਹੈ। ਇਸੇ ਤਰ੍ਹਾਂ ਜਾਪਾਨ ਵਾਲਿਆਂ ਨੇ ਐਤਕੀ ਓਲੰਪਿਕ ਖੇਡਾਂ ਲਈ ਜੋ ਮੈਡਲ ਤਿਆਰ ਕਰਵਾਏ ਨੇ ਉਹਦੇ ਲਈ ਉਹਨਾਂ ਨੇ ਕੁੱਲ ਮਿਲਾ ਕੇ 78,985 ਟਨ ਰੀਸਾਈਕਲਡ ਚੀਜ਼ਾਂ ਵਰਤੀਆਂ ਨੇ। ਰੀਸਾਈਕਲਡ ਚੀਜ਼ਾਂ ਤੋਂ ਮਤਲਬ ਕਿ ਉਹ ਚੀਜ਼ਾਂ ਜਿਨ੍ਹਾਂ ਨੂੰ ਦੁਬਾਰਾ ਵਰਤੋਂ ਵਿੱਚ ਲਿਆਂਦਾ ਗਿਆ ਹੈ। ਮਿਸਾਲ ਦੇ ਤੌਰ ਤੇ ਜਾਪਾਨ ਵਾਲਿਆਂ ਨੇ ਪ੍ਰਮੁੱਖ ਤੌਰ ਤੇ ਡਿਜੀਟਲ ਇਲੈਕਟ੍ਰੋਨਿਕ ਚੀਜ਼ਾਂ ਨੂੰ ਮੈਡਲਸ ਬਣਾਉਣ ਦੇ ਲਈ ਵਰਤੋਂ ਵਿੱਚ ਲਿਆਂਦਾ ਹੈ, ਜਿਵੇਂ ਕਿ ਮੋਬਾਈਲ ਫੋਨ, ਕੈਮਰਾ, ਲੈਪਟਾਪ, ਟੈਬਲੇਟ ਅਤੇ ਹੋਰ ਡਿਜੀਟਲ ਸਮਾਨ। ਇਸ ਵਾਰ ਦੀਆਂ ਓਲੰਪਿਕ ਖੇਡਾਂ ਵਿੱਚ ਕੁਝ ਨਵੀਆਂ ਖੇਡਾਂ ਵੀ ਸ਼ਾਮਲ ਕੀਤੀਆਂ ਗਈਆਂ ਨੇ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸ਼ਾਮਲ ਨੇ 3x3 ਬਾਸਕਟਬਾਲ। ਇੱਕ ਤਾਂ ਬਾਸਕਟਬਾਲ ਦੀ ਖੇਡ ਉਹ ਹੈ ਜੋ ਤੁਸੀਂ ਆਮ ਤੌਰ ਤੇ ਵੇਖੀ ਹੋਣੀ ਹੈ। ਇੱਕ ਛੋਟੀ ਕਿਸਮ ਦੀ ਬਾਸਕਟਬਾਲ ਹੈ 3x3 ਬਾਸਕਟਬਾਲ। ਇਸ ਨੂੰ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਕੇਟ ਬੋਰਡਿੰਗ, ਸਪੋਰਟ ਕਲਾਈਮਬਿੰਗ, ਸਰਫਿੰਗ ਅਤੇ ਕਰਾਟੇ ਇਹ ਵੀ ਐਤਕੀ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕੀਤੇ ਗਏ ਨੇ। ਇਸ ਤੋਂ ਇਲਾਵਾ 2 ਖੇਡਾਂ ਅਜਿਹੀਆਂ ਨੇ ਜਿਨ੍ਹਾਂ ਦੀ ਬੜੇ ਲੰਮੇ ਸਮੇਂ ਬਾਅਦ ਓਲੰਪਿਕ ਖੇਡਾਂ ਵਿੱਚ ਵਾਪਸੀ ਹੋਈ ਹੈ। ਇਹ ਨੇ ਬੇਸਬਾਲ ਅਤੇ ਸੌਫਟਬਾਲ। ਦੋਵੇਂ ਕੁਝ ਮਿਲਦੀਆਂ ਜੁਲਦੀਆਂ ਖੇਡਾਂ ਨੇ ਤੇ 13 ਸਾਲਾਂ ਬਾਅਦ ਇਹਨਾਂ ਖੇਡਾਂ ਦੀ ਓਲੰਪਿਕ ਵਿੱਚ ਵਾਪਸੀ ਹੋਈ ਹੈ। ਇੰਨੀਆਂ ਸਾਰੀਆਂ ਨਵੀਆਂ ਚੀਜ਼ਾਂ ਤੇ ਨਵੀਆਂ ਪਿਰਤਾਂ ਦਰਮਿਆਨ ਇੱਕ ਚੀਜ਼ ਦੀ ਥੋੜੀ ਕਮੀ ਰਹਿ ਜਾਣੀ ਹੈ, ਉਹ ਹੈ ਦਰਸ਼ਕ।
ਐਤਕੀ ਓਲੰਪਿਕ ਖੇਡਾਂ ਵਿੱਚ ਦਰਸ਼ਕ ਸਟੇਡੀਅਮ ਵਿੱਚ ਮੌਜੂਦ ਨਹੀਂ ਹੋ ਸਕਣਗੇ ਕਿਉਂਕਿ ਕਰੋਨਾ ਮਹਾਮਾਰੀ ਦੀਆਂ ਗਾਈਡਲਾਈਨਸ ਤੇ ਚੱਲਦਿਆਂ ਓਲੰਪਿਕ ਖੇਡਾਂ ਨੂੰ ਪ੍ਰਮੁੱਖ ਤੌਰ ਤੇ ਬਿਨਾਂ ਦਰਸ਼ਕਾਂ ਦੇ ਖਾਲੀ ਸਟੇਡੀਅਮ ਵਿੱਚ ਹੀ ਕਰਵਾਉਣ ਦਾ ਫੈਸਲਾ ਇਹਤਿਆਤ ਵਜੋਂ ਲਿਆ ਗਿਆ। ਜੇ ਓਲੰਪਿਕ ਖੇਡਾਂ ਵਿੱਚ ਮੂਹਰੇ ਰਹਿਣ ਦੀ ਸੰਭਾਵਨਾ ਜਿਨ੍ਹਾਂ ਦੇਸ਼ਾਂ ਦੀ ਨਜ਼ਰ ਆਉਂਦੀ ਹੈ ਤਾਂ ਉਹਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜੇ ਨਾਂ ਆਉਂਦੇ ਨੇ ਉਹਨਾਂ ਵਿੱਚ ਉਹੀ ਹੋਣਗੇ ਅਮਰੀਕਾ, ਚਾਈਨਾ, ਰਸ਼ੀਆ ਅਤੇ ਗ੍ਰੇਟ ਬ੍ਰਿਟੇਨ। ਆਮ ਤੌਰ ਤੇ ਇਹੀ ਪਹਿਲੇ 3 ਜਾਂ 4 ਸਥਾਨਾਂ ਵਿੱਚ ਹੁੰਦੇ ਨੇ ਅਤੇ ਐਤਕੀ ਵੀ ਇਹਨਾਂ ਦੇ ਹੀ ਮੂਹਰੇ ਰਹਿਣ ਦੀ ਸੰਭਾਵਨਾ ਹੈ। ਹੁਣ ਉਸ ਵਿਸ਼ੇ ਦੀ ਗੱਲ ਕਰਦੇ ਹਾਂ ਜਿਹਦਾ ਸ਼ਾਇਦ ਤੁਸੀਂ ਪ੍ਰੋਗਰਾਮ ਦੇ ਸ਼ੁਰੂ ਤੋਂ ਇੰਤਜ਼ਾਰ ਕਰ ਰਹੇ ਹੋਵੋਗੇ ਕਿ ਸਾਡੇ ਦੇਸ਼ ਭਾਰਤ ਨੂੰ ਐਤਕੀ ਓਲੰਪਿਕ ਖੇਡਾਂ ਵਿੱਚ ਕਿੰਨੇ ਕੁ ਮੈਡਲ ਆਉਣ ਦੀ ਸੰਭਾਵਨਾ ਹੈ ਅਤੇ ਭਾਰਤ ਦੇਸ਼ ਓਲੰਪਿਕਸ ਵਿੱਚ ਫਾਡੀ ਕਿਉਂ ਸਾਬਤ ਹੁੰਦਾ, ਪਿੱਛੇ ਕਿਉਂ ਰਹਿ ਜਾਂਦਾ। ਭਾਰਤ ਦੇਸ਼ ਦੇ ਓਲੰਪਿਕ ਖੇਡਾਂ ਵਿੱਚ ਪਛੜਨ ਦੇ 3 ਪ੍ਰਮੁੱਖ ਕਾਰਨ ਨੇ। ਇਹਨਾਂ ਨੂੰ ਧਿਆਨ ਨਾਲ ਗੌਰ ਨਾਲ ਸੁਣਿਓ। ਸਭ ਤੋਂ ਪਹਿਲਾ ਕਾਰਨ ਇਹ ਹੈ ਓਲੰਪਿਕ ਖੇਡਾਂ ਹਰ 4 ਸਾਲ ਬਾਅਦ ਹੁੰਦੀਆਂ ਨੇ। ਇੱਕ ਓਲੰਪਿਕ ਖੇਡਾਂ ਅਤੇ ਦੂਜੀਆਂ ਦੇ ਵਿੱਚ 4 ਸਾਲ ਦਾ ਸਮਾਂ ਹੁੰਦਾ, ਤਿਆਰੀ ਕਰਨ ਲਈ 4 ਸਾਲ ਹੁੰਦੇ ਨੇ। ਪਰ ਸਾਡੇ ਦੇਸ਼ ਵਿੱਚ ਇਹਨਾਂ 4 ਸਾਲਾਂ ਵਿੱਚੋਂ 3 ਸਾਲ ਸਿਰਫ ਕ੍ਰਿਕਟ ਦਾ ਹੀ ਰੌਲਾ ਪਾਇਆ ਜਾਂਦਾ। ਧੋਨੀ, ਕੋਹਲੀ, ਸ਼ਰਮਾ, IPL, ਓਲੰਪਿਕ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਤੇ ਜਦੋਂ ਓਲੰਪਿਕ ਖੇਡਾਂ ਨੂੰ 6 ਮਹੀਨੇ ਜਾਂ 8 ਮਹੀਨੇ ਜਾਂ ਘੱਟੋ ਘੱਟ 1 ਸਾਲ ਰਹਿ ਜਾਂਦਾ ਤਾਂ ਕਿਤੇ ਜਾ ਕੇ ਚੇਤਾ ਆਉਂਦਾ ਕਿ ਓਲੰਪਿਕ ਖੇਡਾਂ ਦੀ ਵੀ ਚਰਚਾ ਹੋਣੀ ਚਾਹੀਦੀ ਹੈ, ਇਹਨਾਂ ਬਾਰੇ ਵੀ ਤਿਆਰੀ ਕਰਨੀ ਚਾਹੀਦੀ ਹੈ, ਓਲੰਪਿਕ ਖੇਡਾਂ ਦੇ ਖਿਡਾਰੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਹ ਸਿਰਫ ਓਲੰਪਿਕ ਤੋਂ ਪਹਿਲਾਂ ਦੇ ਕੁਝ ਮਹੀਨਿਆਂ ਦੌਰਾਨ ਹੀ ਚਰਚਾ ਵਿੱਚ ਆਉਂਦਾ ਹੈ। ਐਤਕੀ ਵੀ ਇੱਦਾਂ ਹੋਇਆ, ਪਿਛਲੇ ਸਾਲਾਂ ਦੌਰਾਨ ਵੀ ਇੱਦਾਂ ਹੀ ਹੁੰਦਾ ਰਿਹਾ। ਦੂਜਾ ਕਾਰਨ ਅਸੀਂ ਸਹੂਲਤਾਂ ਦੀ ਗੱਲ ਅਕਸਰ ਕਰਦੇ ਰਹੇ ਹਾਂ ਕਿ ਭਾਰਤ ਦੇਸ਼ ਵਿੱਚ ਕ੍ਰਿਕਟ ਤੋਂ ਇਲਾਵਾ ਬਾਕੀ ਖੇਡਾਂ ਦੇ ਖਿਡਾਰੀਆਂ ਨੂੰ, ਖਾਸ ਤੌਰ ਤੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਹੂਲਤਾਂ ਦੀ ਕਮੀ ਹਮੇਸ਼ਾ ਰਹਿੰਦੀ ਹੈ। ਜਦੋਂ ਸਹੂਲਤਾਂ ਦੀ ਕਮੀ ਦੀ ਗੱਲ ਹੋਣੀ ਆ ਤਾਂ ਇੱਕ ਨਵੀਂ ਚੀਜ਼ ਅਸੀਂ ਤੁਹਾਨੂੰ ਦੱਸ ਰਹੇ ਹਾਂ, ਇਹਦੇ ਉੱਪਰ ਗੌਰ ਕਰਿਓ, ਇਹਨੂੰ ਜ਼ਰੂਰ ਨੋਟ ਕਰੋ, ਇਹਦੇ ਬਾਰੇ ਵਿਚਾਰ ਕਰਕੇ ਵੇਖਿਓ। ਸਾਡੇ ਦੇਸ਼ ਵਿੱਚ ਕ੍ਰਿਕਟ ਖਿਡਾਰੀ ਜੋ ਰਿਟਾਇਰ ਵੀ ਹੋ ਚੁੱਕੇ ਨੇ, ਅਰਬਾਂਪਤੀ ਨੇ, ਖਰਬਾਂਪਤੀ ਨੇ, ਉਹ ਵੀ ਕ੍ਰਿਕਟ ਅਕੈਡਮੀਆਂ ਖੋਲ੍ਹ ਕੇ ਬੈਠੇ ਨੇ। ਕਹਿੰਦੇ ਨੇ ਕਿ ਅਸੀਂ ਬੱਚਿਆਂ ਨੂੰ ਕ੍ਰਿਕਟ ਵਿੱਚ ਮੋਹਰੇ ਲਿਆਉਣ ਲਈ, ਰਾਸ਼ਟਰੀ ਟੀਮ ਤੱਕ ਪਹੁੰਚਾਉਣ ਲਈ ਕ੍ਰਿਕਟ ਅਕੈਡਮੀਆਂ ਖੋਲ੍ਹ ਰਹੇ ਹਾਂ ਤਾਂ ਕਿ ਕ੍ਰਿਕਟ ਦਾ ਟੈਲੈਂਟ, ਕ੍ਰਿਕਟ ਦੇ ਪ੍ਰਤਿਭਾਵਾਨ ਖਿਡਾਰੀ ਸਾਹਮਣੇ ਆ ਸਕਣ। ਇਹੋ ਜਿਹੀਆਂ ਲੱਖਾਂ ਕ੍ਰਿਕਟ ਅਕੈਡਮੀਆਂ ਪੂਰੇ ਦੇਸ਼ ਵਿੱਚ ਚੱਲ ਰਹੀਆਂ ਨੇ। ਹਰ ਸ਼ਹਿਰ ਵਿੱਚ ਤੁਹਾਨੂੰ ਤਕਰੀਬਨ 1 ਜਾਂ 2 ਜਾਂ 3 ਵੀ ਕ੍ਰਿਕਟ ਅਕੈਡਮੀਆਂ ਸਹਿਜੇ ਹੀ ਮਿਲ ਜਾਣਗੀਆਂ। ਪਰ ਦੱਸੋ ਕਿ ਕਿੰਨੇ ਕੁ ਸ਼ਹਿਰਾਂ ਵਿੱਚ, ਕਿੰਨੀਆਂ ਕੁ ਥਾਵਾਂ ਉੱਤੇ ਓਲੰਪਿਕ ਖੇਡਾਂ ਦੀ ਤਿਆਰੀ ਕਰਾਉਣ ਲਈ ਓਲੰਪਿਕ ਅਕੈਡਮੀਆਂ ਚੱਲਦੀਆਂ ਨੇ। ਸੋ ਜਿੱਥੇ ਬੱਚਿਆਂ ਨੂੰ ਓਲੰਪਿਕ ਖੇਡਾਂ ਲਈ ਤਿਆਰ ਕਰਨ ਲਈ ਕੋਈ ਅਕੈਡਮੀ ਹੀ ਨਹੀਂ ਅੱਜ ਤੱਕ ਬਣਾਈ ਜਾ ਸਕੀ, ਉਹ ਦੇਸ਼ ਓਲੰਪਿਕ ਖੇਡਾਂ ਵਿੱਚ ਕਿਵੇਂ ਅੱਗੇ ਨਿਕਲੂਗਾ। ਦੂਜੇ ਬੰਨੇ ਤੇ ਕ੍ਰਿਕਟ ਦੇ ਸਿਰਫ 11 ਖਿਡਾਰੀ ਹੀ ਨੈਸ਼ਨਲ ਟੀਮ 'ਚ ਪਹੁੰਚਣੇ ਆ, ਜਾਂ ਉਹ ਤੋਂ ਵੱਧ 15 ਜਾਂ 17 ਜਾਂ ਬੜੀ ਹੱਦ 20 ਖਿਡਾਰੀ ਹੀ ਚੁਣੇ ਜਾਣੇ ਨੇ। ਉਹਨਾਂ 20 ਖਿਡਾਰੀਆਂ ਲਈ ਲੱਖਾਂ ਅਕੈਡਮੀਆਂ ਪੂਰੇ ਦੇਸ਼ ਵਿੱਚ ਚੱਲ ਰਹੀਆਂ ਨੇ। ਪਰ ਓਲੰਪਿਕ ਵਿੱਚ ਜਿੱਥੇ 100, 125, 150 ਤੱਕ ਖਿਡਾਰੀ ਵੀ ਜਾ ਸਕਦੇ ਨੇ, ਉਹਦੇ ਲਈ ਕੋਈ ਓਲੰਪਿਕ ਅਕੈਡਮੀ ਹੈ ਹੀ ਨਹੀਂ। ਸੋ ਅਜਿਹੇ ਵਿੱਚ ਦੇਸ਼ ਨੇ ਖੇਡਾਂ ਵਿੱਚ ਪਛੜਨਾ ਹੀ ਹੈ। ਤੀਜਾ ਕਾਰਨ ਹੈ ਮੀਡੀਆ ਦੀ ਹਾਈਪ ਜਾਂ ਮੀਡੀਆ ਦੀ ਕਵਰੇਜ, ਜਾਂ ਕਹਿ ਲਓ ਕਿ ਮੀਡੀਆ ਵੱਲੋਂ ਓਲੰਪਿਕ ਵੱਲ ਧਿਆਨ ਨਾ ਦੇਣਾ। ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਓਲੰਪਿਕ ਖੇਡਾਂ 4 ਸਾਲਾਂ ਬਾਅਦ ਹੁੰਦੀਆਂ ਨੇ। ਸਾਡੇ ਦੇਸ਼ ਦਾ ਮੀਡੀਆ ਪੌਣੇ 4 ਸਾਲਾਂ ਤੱਕ ਓਲੰਪਿਕ ਖੇਡਾਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰੀ ਰੱਖਦਾ। ਸਾਡੇ ਦੇਸ਼ ਦੇ ਮੀਡੀਆ ਦਾ ਪ੍ਰਮੁੱਖ ਧਿਆਨ ਕ੍ਰਿਕਟ ਵੱਲ ਹੀ ਰਹਿੰਦਾ। ਜਦੋਂ ਕ੍ਰਿਕਟ ਦੇ ਮੈਚ ਨਹੀਂ ਵੀ ਹੋ ਰਹੇ ਹੁੰਦੇ, ਜਦੋਂ ਕ੍ਰਿਕਟ ਦਾ ਆਫ ਸੀਜ਼ਨ ਵੀ ਚੱਲ ਰਿਹਾ ਹੁੰਦਾ, ਉਦੋਂ ਵੀ ਕ੍ਰਿਕਟ ਦੇ ਪੁਰਾਣੇ ਮੈਚ ਵਿਖਾ ਕੇ ਉਹਨਾਂ ਉੱਪਰ ਹੀ ਚਰਚਾ, ਡਿਸਕਸ਼ਨਸ ਕਰਦੇ ਰਹਿੰਦੇ ਆ। ਕੈਪਟਨ ਕੂਲ ਧੋਨੀ, ਕਿੰਗ ਕੋਹਲੀ, ਸ਼ਰਮਾ ਜੀ ਕਾ ਬੇਟਾ ਰੋਹਿਤ ਸ਼ਰਮਾ ਵਗੈਰਾ ਵਗੈਰਾ, IPL, ਇਹਨਾਂ ਦੀ ਹੀ ਚਰਚਾ ਚੱਲਦੀ ਰਹਿੰਦੀ ਹੈ ਤੇ ਓਲੰਪਿਕ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਓਲੰਪਿਕ ਦਾ ਦੇਸ਼ ਵਿੱਚ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਮੀਡੀਆ ਦਾ ਯੋਗਦਾਨ ਹੈ। ਮੀਡੀਆ ਨੇ ਹੀ ਇਹਦਾ ਮਾਹੌਲ ਬਣਾਉਣਾ ਹੁੰਦਾ ਹੈ, ਪਰ ਇਹ ਮੀਡੀਆ ਮਾਹੌਲ ਨਹੀਂ ਬਣਾਉਂਦਾ। ਦੂਰ ਕੀ ਜਾਣਾ, ਸਾਡੇ ਪੰਜਾਬ ਦੇ ਪੰਜਾਬੀ ਮੀਡੀਆ ਦਾ ਵੀ ਹਾਲ ਵੇਖ ਲਵੋ। ਇਹਨਾਂ ਵਿੱਚੋਂ ਕਿੰਨੇ ਕੁ ਚੈਨਲ ਨੇ ਜੋ ਓਲੰਪਿਕ ਖੇਡਾਂ ਬਾਰੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਦੇ ਰਹੇ ਨੇ। ਇੱਦਾਂ ਦੀਆਂ ਗੱਲਾਂ ਕਰਕੇ ਦੇਸ਼ ਦੇ ਮੈਡਲ ਨਹੀਂ ਆਉਂਦੇ, ਇੱਦਾਂ ਦੀਆਂ ਗੱਲਾਂ ਕਰਕੇ ਦੇਸ਼ ਓਲੰਪਿਕਸ ਵਿੱਚ ਪਛੜਿਆ ਹੋਇਆ ਹੈ। ਇਹਨਾਂ ਸਭ ਗੱਲਾਂ ਦੇ ਬਾਵਜੂਦ ਭਾਰਤ ਦਾ 125 ਖਿਡਾਰੀਆਂ ਦਾ ਦਲ ਐਤਕੀ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਲਈ ਪਹੁੰਚਿਆ ਹੋਇਆ ਹੈ, ਜਿਹਦੇ ਵਿੱਚ ਕੁਝ ਹੋਰ ਆਲਟਰਨੇਟਿਵ ਯਾਨੀ ਬਦਲਵੇਂ ਖਿਡਾਰੀ ਵੀ ਮੌਜੂਦ ਨੇ, ਜਿਨ੍ਹਾਂ ਵਿੱਚੋਂ ਪ੍ਰਮੁੱਖ ਤੌਰ 'ਤੇ ਜੇ ਮੈਡਲ ਦੀ ਆਸ ਦੀ ਗੱਲ ਕਰੀਏ, ਜਿਨ੍ਹਾਂ ਖਿਡਾਰੀਆਂ ਤੋਂ ਮੈਡਲ ਦੀ ਆਸ ਹੈ ਤਾਂ ਉਹਨਾਂ ਵਿੱਚ ਸਭ ਤੋਂ ਪਹਿਲਾਂ ਨਾਂ ਆਊਗਾ ਮੁੱਕੇਬਾਜ਼ੀ ਵਿੱਚ MC ਮੈਰੀ ਕੌਮ, ਭਾਰਤ ਦੀ ਹਾਕੀ ਟੀਮ, ਕੁਸ਼ਤੀ ਵਿੱਚ ਬਜਰੰਗ ਪੂਨੀਆ, ਐਥਲੈਟਿਕਸ ਦੇ ਵਿੱਚ ਨੀਰਜ ਚੋਪੜਾ ਅਤੇ ਵੇਟ ਲਿਫਟਿੰਗ ਵਿੱਚ ਮੀਰਾਬਾਈ ਚਾਨੂ। ਕੁੱਲ ਮਿਲਾ ਕੇ ਐਤਕੀ ਦੇ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਮੈਡਲ
4 ਤੋਂ ਲੈ ਕੇ 8 ਜਾਂ 9 ਦੇ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਪਰ ਇਹ ਬਹੁਤ ਨਿਰਾਸ਼ਾ ਵਾਲੀ ਗੱਲ ਹੈ ਕਿ 150 ਕਰੋੜ ਦੇ ਨੇੜੇ ਦੀ ਆਬਾਦੀ ਵਾਲਾ ਦੇਸ਼ 10 ਮੈਡਲ ਵੀ ਨਾ ਲਿਆ ਸਕੇ ਜਾਂ ਦੂਰੇ ਅੰਕਾਂ ਤੱਕ ਵੀ ਨਾ ਪਹੁੰਚ ਸਕੇ। ਇਹ ਗੱਲ ਕੁੱਲ ਮਿਲਾ ਕੇ ਨਿਰਾਸ਼ਾ ਵਾਲੀ ਹੀ ਮੰਨੀ ਜਾਊਗੀ। ਇੱਕ ਗੱਲ ਬਹੁਤ ਧਿਆਨ ਨਾਲ ਗੌਰ ਕਰਕੇ ਸੁਣਿਓ ਕਿ ਭਾਰਤ ਦੇਸ਼ ਨੇ ਹੁਣ ਤੱਕ ਓਲੰਪਿਕ ਖੇਡਾਂ ਵਿੱਚ 28 ਮੈਡਲ ਜਿੱਤੇ ਨੇ, ਜਿਨ੍ਹਾਂ ਵਿੱਚੋਂ 9 ਮੈਡਲ ਸੋਨੇ ਦੇ ਨੇ, 9 골ਡ ਮੈਡਲਸ, ਅਤੇ ਇਹਨਾਂ 9 골ਡ ਮੈਡਲਸ ਦੇ ਵਿੱਚੋਂ ਵੀ 8 골ਡ ਮੈਡਲ, 8 ਸੋਨੇ ਦੇ ਮੈਡਲ ਭਾਰਤ ਦੀ ਹਾਕੀ ਟੀਮ ਨੇ ਜਿੱਤੇ ਸੀ। ਉਹ ਸਮਾਂ ਜਦੋਂ ਭਾਰਤੀ ਹਾਕੀ ਟੀਮ ਦਾ ਸੁਨਹਿਰੀ ਸਮਾਂ ਸੀ, ਜਦੋਂ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੀ ਸਰਦਾਰੀ ਹੁੰਦੀ ਸੀ। ਹੁਣ ਤੱਕ ਭਾਰਤ ਦੇਸ਼ ਨੇ 28 ਮੈਡਲ ਜਿੱਤੇ ਨੇ। ਦੂਜੇ ਬੰਨੇ ਇੱਕ ਬਹੁਤ ਮਸ਼ਹੂਰ ਓਲੰਪਿਕ ਖਿਡਾਰੀ ਨੇ ਮਾਈਕਲ ਫੈਲਪਸ, ਅਮਰੀਕਾ ਦੇ ਸਵਿਮਰ, ਤੈਰਾਕ। ਮਾਈਕਲ ਫੈਲਪਸ ਨੇ ਇਕੱਲਿਆਂ 28 ਮੈਡਲ ਜਿੱਤੇ ਹੋਏ ਨੇ, ਜਿਨ੍ਹਾਂ ਵਿੱਚੋਂ 23 ਮੈਡਲ ਸੋਨੇ ਦੇ ਨੇ। ਯਾਨੀ ਇੱਕ ਬੰਨੇ ਭਾਰਤ ਦੇ ਹੁਣ ਤੱਕ ਦੇ ਸਾਰੇ ਮੈਡਲ ਅਤੇ ਇੱਕ ਬੰਨੇ ਅਮਰੀਕਾ ਦੇ ਸਿਰਫ ਇੱਕੋ ਐਥਲੀਟ ਦੇ ਮੈਡਲ ਬਰਾਬਰ ਬਣਦੇ ਨੇ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਭਾਰਤ ਦੇਸ਼ ਦਾ ਓਲੰਪਿਕ ਵਿੱਚ ਕਿਹੋ ਜਿਹਾ ਪ੍ਰਦਰਸ਼ਨ ਰਿਹਾ ਹੈ। ਪਰ ਜਦੋਂ ਵੀ ਭਾਰਤ ਦੀ ਟੀਮ ਓਲੰਪਿਕ ਖੇਡਾਂ ਵਿੱਚ ਖੇਡਣ ਜਾਂਦੀ ਹੈ ਤਾਂ ਆਸਾਂ ਜ਼ਿਆਦਾ ਹੁੰਦੀਆਂ ਨੇ, ਕਿਉਂਕਿ ਹਰ ਵਾਰ ਦੇਸ਼ ਦੀ ਜਨਸੰਖਿਆ ਵਧੀ ਹੋਈ ਹੁੰਦੀ ਹੈ ਅਤੇ ਹਰ ਵਾਰ ਭਾਰਤ ਵੱਲੋਂ ਜੋ ਦਲ ਭੇਜਿਆ ਜਾਂਦਾ, ਜੋ ਟੀਮ ਭੇਜੀ ਜਾਂਦੀ, ਉਹ 'ਚ ਖਿਡਾਰੀਆਂ ਦੀ ਗਿਣਤੀ ਵਧੀ ਹੋਈ ਹੁੰਦੀ ਹੈ। ਭਾਰਤ ਦੇ ਖਿਡਾਰੀਆਂ ਨੂੰ ਜਦੋਂ ਟੋਕੀਓ ਓਲੰਪਿਕ ਲਈ ਰਵਾਨਾ ਕੀਤਾ ਗਿਆ ਤਾਂ ਇਸ ਗੀਤ ਦੇ ਨਾਲ ਰਵਾਨਾ ਕੀਤਾ ਗਿਆ ਸੀ ਕਿ ਹਮ ਹੋਂਗੇ ਕਾਮਯਾਬ ਇੱਕ ਦਿਨ। ਹੁਣ ਐਤਕੀ ਭਾਰਤੀ ਖਿਡਾਰੀ ਕਾਮਯਾਬ ਹੋਣ, ਆਪਾਂ ਇਸ ਗੱਲ ਦੀ ਪੂਰੀ ਆਸ ਕਰਦੇ ਹਾਂ। ਪਰ ਇਸ ਗੱਲ ਦਾ ਧਿਆਨ ਰੱਖਿਓ ਕਿ ਜੇਕਰ ਭਾਰਤੀ ਖਿਡਾਰੀ ਮੈਡਲ ਜਿੱਤਦੇ ਨੇ, ਕੋਈ ਖਿਡਾਰੀ ਜਿੱਤ ਕੇ ਲਿਆਉਂਦਾ ਹੈ, ਤਾਂ ਇਹ ਦੇਸ਼ ਦੇ ਸਿਸਟਮ ਦੀ ਜਾਂ ਦੇਸ਼ ਦੇ ਪ੍ਰਬੰਧਾਂ ਦੀ ਪ੍ਰਾਪਤੀ ਨਹੀਂ ਹੋਊਗੀ, ਇਹ ਉਹਨਾਂ ਖਿਡਾਰੀਆਂ ਦੀ ਆਪਣੀ ਪ੍ਰਾਪਤੀ ਜ਼ਿਆਦਾ ਹੋਊਗੀ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੂੰ ਕਿੰਨੀਆਂ ਕੁ ਉਹਨਾਂ ਨੂੰ ਸਹੂਲਤਾਂ ਮਿਲੀਆਂ। ਜੇ ਉਹ ਮੈਡਲ ਜਿੱਤਦੇ ਆ ਤਾਂ ਉਹਨਾਂ ਦੀ ਆਪਣੀ ਯੋਗਤਾ ਜ਼ਿਆਦਾ ਹੋਊਗੀ ਅਤੇ ਦੇਸ਼ ਦੇ ਖੇਡ ਢਾਂਚੇ ਦਾ ਯੋਗਦਾਨ ਘੱਟ ਹੋਊਗਾ। ਭਾਰਤ ਵਿੱਚ ਟੋਕੀਓ ਓਲੰਪਿਕਸ ਦਾ ਸਿੱਧਾ ਪ੍ਰਸਾਰਣ ਕਰਨ ਦੇ ਅਧਿਕਾਰ ਸੋਨੀ ਸਪੋਰਟਸ ਨੈਟਵਰਕ ਦੇ ਕੋਲ ਹੈ। ਇਹਨਾਂ ਦੇ ਚੈਨਲ ਸੋਨੀ 10-1, ਸੋਨੀ 10-2, ਸੋਨੀ 10-3 ਅਤੇ ਸੋਨੀ 6 ਚੈਨਲਾਂ ਉੱਤੇ ਖੇਡਾਂ ਦਾ ਸਿੱਧਾ ਪ੍ਰਸਾਰਣ ਹੋਣਾ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਭਾਰਤ ਦੇ ਖੇਡ ਮੁਕਾਬਲਿਆਂ ਦਾ ਦੂਰਦਰਸ਼ਨ ਨੇ ਅਤੇ ਡੀਡੀ ਸਪੋਰਟਸ ਨੇ ਵੀ ਕੁਝ ਚੋਣਵੇਂ ਸਮੇਂ ਉੱਤੇ ਸਿੱਧਾ ਪ੍ਰਸਾਰਣ ਕਰਨਾ ਹੈ ਅਤੇ ਭਾਰਤ ਦੇ ਰਾਸ਼ਟਰੀ ਰੇਡੀਓ ਨੈਟਵਰਕ ਆਲ ਇੰਡੀਆ ਰੇਡੀਓ ਨੇ ਵੀ ਇਹਨਾਂ ਖੇਡਾਂ ਦੀ ਕਮੈਂਟਰੀ ਸੁਣਾਉਣੀ ਹੈ। ਸੋ ਜ਼ਰੂਰ ਵੇਖੋ ਓਲੰਪਿਕ ਖੇਡਾਂ, ਇਹਨਾਂ ਖੇਡਾਂ ਦਾ ਆਨੰਦ ਮਾਣੋ। ਖੇਡਾਂ ਦਾ ਮਹਾਕੁੰਭ ਹੈ ਜੋ 4 ਸਾਲਾਂ ਬਾਅਦ ਆਉਂਦਾ ਹੈ ਅਤੇ ਐਤਕੀ ਤਾਂ 1 ਸਾਲ ਹੋਰ ਜ਼ਿਆਦਾ ਉਡੀਕ ਕਰਨੀ ਪਈ ਹੈ। ਭਾਰਤ ਦੇਸ਼ ਦਾ ਪ੍ਰਦਰਸ਼ਨ ਜਿਵੇਂ ਦਾ ਵੀ ਰਹਿੰਦਾ ਹੈ, ਪਰ ਓਲੰਪਿਕ ਖੇਡਾਂ ਦਾ ਆਨੰਦ ਜ਼ਰੂਰ ਮਾਣੋ। ਹੋਰ ਦੇਸ਼ਾਂ ਦੇ ਬਹੁਤ ਵਧੀਆ ਖਿਡਾਰੀ ਵੀ ਤੁਹਾਨੂੰ ਖੇਡਦੇ ਹੋਏ ਨਜ਼ਰ ਆਉਣਗੇ। ਇਸ ਐਪੀਸੋਡ ਵਿੱਚ ਦੱਸੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਐਪੀਸੋਡ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਹੋਰਨਾਂ ਲੋਕਾਂ ਤੱਕ ਵੀ ਸਾਂਝਾ ਕਰੋ। ਇਸ ਵਿਸ਼ੇ ਸੰਬੰਧੀ ਤੁਸੀਂ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ। ਭਾਰਤ ਦੇ ਕਿੰਨੇ ਕੁ ਮੈਡਲ ਆਉਣ ਦੀ ਸੰਭਾਵਨਾ ਹੈ? ਭਾਰਤ ਦੇ ਓਲੰਪਿਕ ਖੇਡਾਂ ਵਿੱਚ ਆਮ ਤੌਰ ਤੇ ਮਾੜੇ ਪ੍ਰਦਰਸ਼ਨ ਦੇ ਤੁਹਾਨੂੰ ਕੀ ਕਾਰਨ ਲੱਗਦੇ ਨੇ? ਤੁਸੀਂ ਵੀ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। ਅੱਜ ਦਾ ਇਹ ਐਪੀਸੋਡ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।